ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੀ 4th ਜਿਹੜੀ ਪੋਇਮ ਹੈ ਲਾ ਬੈਲ ਡੈਮ ਸੈਂਸ ਮਰਸੀ, ਉਸ ਦੇ ਰੈਫਰੈਂਸ ਟੂ ਦਾ ਕੰਟੈਕਸਟ ਨੇ ਜਿਹੜੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਸ ਦੀ ਸਮਰੀ ਔਰ ਇਸ ਦੇ ਲੌਂਗ ਕੁਐਸਚਨ ਨੇ ਜਿਹੜੇ ਉਹ ਆਪਾਂ ਕਰ ਚੁੱਕੇ ਹਾਂ। ਸੋ ਦੇਖੋ, ਜਿਹੜੇ ਆਪਾਂ ਇਸ ਦੇ ਸਟੈਂਜਾਸ ਕਰਾਂਗੇ ਉਸ ਦੇ ਕੰਟੈਕਸਟ ਐਂਡ ਐਕਸਪਲੇਨੇਸ਼ਨ ਕਰਾਂਗੇ, ਉਹ ਕਾफ़ी ने, मतलब कि 10 ਜਾਂ 11 ਸਟੈਂਜਾਸ ਨੇ। ਇਸ ਲਈ ਆਪਾਂ ਸਟੈਂਜਾਸ ਨੇ ਜਿਹੜੇ ਉਹ ਨਹੀਂ ਪੜਾਂਗੇ, ਇਹ ਤੁਸੀਂ ਖੁਦ ਪੜ੍ਹ ਲੈਣੇ ਨੇ, ਆਪਣੀ ਗਾਈਡ ਦੇ ਉੱਪਰੋਂ ਪੜ੍ਹ ਲਓ, ਜਾਂ ਫਿਰ ਜੇਕਰ ਗਾਈਡ ਨਹੀਂ ਹੈ ਤੁਸੀਂ ਇੱਥੋਂ ਇਹ ਸਟੈਂਜਾਸ ਲਿਖ ਸਕਦੇ ਹੋ। ਔਰ ਇਸ ਦੇ ਉੱਪਰ ਜਿਹੜੇ ਮੀਨਿੰਗਸ ਨੇ, ਵਰਡ ਮੀਨਿੰਗਸ ਨੇ ਕੁਝ ਕੁ ਟਫ, ਉਹ ਵੀ ਮੈਂ ਉੱਪਰ ਇਹਨਾਂ ਦੇ ਲਿਖੇ ਹੋਏ ਨੇ। ਸੋ ਦੇਖੋ ਸਟੈਂਜਾਸ, ਫਸਟ ਸਟੈਂਜਾ ਜਿਹੜਾ ਸਭ ਤੋਂ ਪਹਿਲਾਂ ਉਸ ਦਾ ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਕੰਟੈਕਸਟ ਆਪਾਂ ਸਾਰੇ ਹੀ ਸਟੈਂਜਾਸ ਦਾ ਮੇਨ ਸਿਰਫ ਇੱਕ ਕਰਾਂਗੇ, ਕੋਮਨ। These lines have been taken from John Keats' ballad La Belle Dame Sans Mercy। ਇਹ ਲਾਈਨਾਂ ਨੇ ਜਿਹੜੀਆਂ ਇਸ ਪੋਇਮ ਦੇ ਵਿੱਚੋਂ ਲਈਆਂ ਗਈਆਂ ਨੇ, ਲਾ ਬੈਲ ਡੈਮ ਸੈਂਸ ਮਰਸੀ ਦੇ ਵਿੱਚੋਂ। ਇਟ ਇਜ਼ ਅ ਬਿਊਟੀਫੁਲ ਬੈਲਡ, ਇੱਕ ਬਿਊਟੀਫੁਲ ਬੈਲਡ ਹੈ। ਬੈਲਡ ਕੀ ਹੁੰਦਾ? ਇੱਕ ਸ਼ਾਰਟ ਸਟੋਰੀ, ਸ਼ਾਰਟ ਲਵ ਸਟੋਰੀ ਕਹਿ ਸਕਦੇ ਹਾਂ। ਇਹ ਪਿੱਛੇ ਵੀ ਮੈਂ ਤੁਹਾਨੂੰ ਦੱਸਿਆ ਸੀ। ਇਟ ਇਜ਼ ਦਾ ਸਟੋਰੀ ਆਫ ਅ ਲਵਰਜ਼ ਡਿਸਅਪੋਇੰਟਮੈਂਟ ਇਨ ਲਵ। ਜਿਹੜੀ ਇਹ ਸਟੋਰੀ ਹੈ, ਇਹ ਪਿਆਰ ਕਰਨ ਵਾਲਿਆਂ ਨੂੰ ਜੋ ਪਿਆਰ ਦੇ ਵਿੱਚ ਡਿਸਅਪੋਇੰਟਮੈਂਟ ਮਿਲਦੀ ਹੈ, ਮਤਲਬ ਉਸ ਦੇ ਉੱਪਰ ਹੈ। ਇਟ ਇਜ਼ ਕੀਟਸ ਔਨ ਲਵ ਸਟੋਰੀ। ਜੇਕਰ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ, ਜਿਹੜਾ ਜੌਨ ਕੀਟ ਆਪਣਾ ਰਾਈਟਰ ਹੈ, ਉਸ ਦੀ ਖੁਦ ਦੀ ਲਵ ਸਟੋਰੀ ਵੀ ਹੈ ਇਹ, ਮਤਲਬ ਕਿ ਉਸ ਦੇ ਨਾਲ ਖੁਦ ਦੇ ਨਾਲ ਵੀ ਉਹੀ ਕੁਝ ਹੋਇਆ ਸੀ ਜੋ ਕੁਝ ਇਸ ਪੋਇਮ ਦੇ ਵਿੱਚ ਜਿਹੜਾ ਨਾਈਟ ਹੈ, ਯੁੱਧ ਹੈ, ਉਸ ਦੇ ਨਾਲ ਹੋਇਆ ਸੀਗਾ। ਕੀਟਸ ਵਾਜ਼ ਇਨ ਲਵ ਵਿਦ ਫੈਨੀ ਬਰਾਉਨੇ। ਫੈਨੀ ਬਰਾਉਨੇ ਨਾਂ ਦੀ ਲੜਕੀ ਦੇ ਨਾਲ ਉਹ ਪਿਆਰ ਦੇ ਵਿੱਚ ਸੀਗਾ, ਜੌਨ ਕੀਟਸ, ਬਟ ਸ਼ੀ ਚੀਟਡ ਹਿਮ, ਪਰ ਉਸ ਨੇ ਉਸ ਨੂੰ ਧੋਖਾ ਦੇ ਦਿੱਤਾ। ਦ ਪੋਇਟ ਐਕਸਪ੍ਰੈਸਿਸ ਹਿਜ਼ ਫੀਲਿੰਗਸ ਥਰੂ ਦ ਸਟੋਰੀ ਆਫ ਅ ਨਾਈਟ। ਸੋ ਇਸ ਤਰ੍ਹਾਂ ਜਿਹੜਾ ਪੋਇਟ ਹੈ ਉਹ ਆਪਣੀਆਂ ਫੀਲਿੰਗਸ ਵੀ ਇਸ ਦੇ ਵਿੱਚ ਪੋਇਮ ਦੇ ਵਿੱਚ ਦੱਸਦਾ ਹੈ, ਥਰੂ ਦ ਸਟੋਰੀ ਆਫ ਅ ਨਾਈਟ। ਇਸ ਨਾਈਟ ਦੀ ਸਟੋਰੀ ਦੇ ਥਰੂ ਉਹ ਆਪਣੀਆਂ ਫੀਲਿੰਗਸ ਵੀ ਆਪਾਂ ਨੂੰ ਜ਼ਾਹਿਰ ਕਰਦਾ ਹੈ। ਸੋ ਜੇਕਰ ਤੁਸੀਂ ਚਾਹੋ ਕੰਟੈਕਸਟ ਦੇ ਵਿੱਚ ਸਿਰਫ ਇੰਨਾ, ਇਹ ਫਸਟ ਪੈਰਾ ਇੱਥੇ ਤੱਕ ਵੀ ਲਿਖ ਸਕਦੇ ਹੋ, ਇਹ ਵੀ ਬਹੁਤ ਹੈ। ਬਟ ਜੇਕਰ ਅੱਗੇ ਵੀ ਲਿਖਣਾ ਚਾਹੁੰਦੇ ਹੋ, 4 ਲਾਈਨਾਂ ਹੋਰ ਵੀ ਆਪਾਂ ਨੇ ਲਿਖੀਆਂ ਨੇ। ਵੰਸ ਅ ਨਾਈਟ ਵੰਡਰਡ ਅਲੋਨ ਔਨ ਦ ਕੋਲਡ ਹਿਲ ਸਾਈਡ। ਕੋਲਡ ਹਿਲ ਸਾਈਡ ਤੇ ਇੱਕ ਵਾਰ ਜਿਹੜਾ ਨਾਈਟ ਹੈ ਉਹ ਮਤਲਬ ਘੁੰਮ ਰਿਹਾ ਸੀਗਾ। ਵੰਡਰਡ ਹੁੰਦਾ ਹੈ ਘੁੰਮਣਾ। ਹੀ ਲੁਕਡ ਸਿਕ ਐਂਡ ਮੈਂਟਲੀ ਡਿਸਟਰਬਡ। ਉਹ ਮਤਲਬ ਇੱਕ ਬਿਮਾਰ ਦੀ ਤਰ੍ਹਾਂ ਲੱਗ ਰਿਹਾ ਸੀ ਤੇ ਮੈਂਟਲੀ ਡਿਸਟਰਬਡ ਲੱਗਦਾ ਸੀ। ਦ ਪੋਇਟ ਆਸਕਡ ਹਿਮ ਅਬਾਊਟ ਹਿਸ ਕੰਡੀਸ਼ਨ। ਉਸ ਦੀ ਕੰਡੀਸ਼ਨ ਦੇ ਬਾਰੇ ਪੋਇਟ ਨੇ ਉਸ ਤੋਂ ਪੁੱਛਿਆ। ਦ ਨਾਈਟ ਸੈਡ ਦੈਟ, ਨਾਈਟ ਨੇ ਕਿਹਾ, ਹੀ ਹੈਡ ਫਾਲਨ ਇਨ ਲਵ ਵਿਦ ਅ ਬਿਊਟੀਫੁਲ ਲੇਡੀ। ਮਤਲਬ ਉਹ ਇੱਕ ਜਿਹੜੀ ਬਿਊਟੀਫੁਲ ਲੇਡੀ ਸੀ ਉਸ ਦੇ ਪਿਆਰ ਦੇ ਵਿੱਚ ਪੈ ਗਿਆ ਸੀ। ਫਾਲਨ ਇਨ ਲਵ ਮਤਲਬ ਕਿ ਪਿਆਰ ਦੇ ਵਿੱਚ ਪੈ ਗਿਆ ਸੀ। ਹੂ ਹੈਡ ਚੀਟਡ ਹਿਮ, ਜਿਹੜੀ ਕਿ ਮਤਲਬ ਉਸ ਨੂੰ ਚੀਟਡ ਹਿਮ ਕਿ ਉਸ ਨੂੰ ਧੋਖਾ ਦੇ ਗਈ। ਸੋ ਇਹ ਕੰਟੈਕਸਟ ਹੈ, ਸਾਰਿਆਂ ਦੇ ਲਈ ਕਾਮਨ ਹੀ ਤੁਸੀਂ ਨੇ ਲਿਖਣਾ ਹੈ। ਅੱਗੇ ਐਕਸਪਲੇਨੇਸ਼ਨ, ਜਿਹੜੀ ਆਪਣਾ ਇਹ ਫਸਟ ਸਟੈਂਜ ਹੈ ਉਸ ਦੀ ਐਕਸਪਲੇਨੇਸ਼ਨ। ਇਨ ਦੀਜ਼ ਲਾਈਨਸ ਦ ਪੋਇਟ ਆਸਕਸ ਦ ਨਾਈਟ ਐਟ ਆਰਮਸ। ਜਿਹੜਾ ਨਾਈਟ ਐਟ ਆਰਮਸ ਹੈ, ਸ਼ਸਤਰਧਾਰੀ ਯੁੱਧ ਹੈ, ਉਸ ਤੋਂ ਪੁੱਛਦਾ ਹੈ ਜਿਹੜਾ ਆਪਣਾ ਪੋਇਟ ਹੈ ਅਬਾਊਟ ਹਿਜ਼ ਕੰਡੀਸ਼ਨ, ਉਸ ਦੀ ਕੰਡੀਸ਼ਨ ਦੇ ਬਾਰੇ। ਹੀ ਆਸਕਸ ਹਿਮ ਦ ਕਾਊਜ਼ ਆਫ ਹਿਜ਼ ਟਰਬਲਿੰਗ ਐਜ਼ ਹੀ ਇਜ਼ ਵੰਡਰਿੰਗ ਅਲੋਨ ਐਂਡ ਲੁਕਿੰਗ ਪੇਲ। ਮਤਲਬ ਕਿ ਉਸ ਦੀ ਕੰਡੀਸ਼ਨ ਦੇ ਬਾਰੇ ਉਸ ਤੋਂ ਪੁੱਛਦਾ ਹੈ, ਔਰ ਉਸ ਤੋਂ ਇਹ ਵੀ ਪੁੱਛਦਾ ਉਸ ਦਾ ਕਾਰਨ, ਕਾਊਜ਼ ਪੁੱਛਦਾ ਕਿਸ ਚੀਜ਼ ਦਾ, ਆਫ ਹਿਜ਼ ਟਰਬਲਿੰਗ, ਉਸ ਦੀ ਮਤਲਬ ਜਿਹੜੇ ਟਰਬਲ, ਦੁੱਖ ਨੇ ਜਿਹੜੇ ਉਸ ਨੂੰ ਆ ਰਹੇ ਨੇ, ਉਸ ਦਾ ਕੀ ਕਾਰਨ ਹੈ। ਕਿਉਂਕਿ ਐਜ਼ ਹੀ ਇਜ਼ ਵੰਡਰਿੰਗ ਅਲੋਨ, ਕਿਉਂਕਿ ਉਹ ਇਕੱਲਾ ਘੁੰਮ ਰਿਹਾ ਹੈ, ਐਂਡ ਲੁਕਿੰਗ ਪੇਲ, ਅਤੇ ਇਸ ਤਰ੍ਹਾਂ ਦਿਖਾਈ ਦਿੰਦਾ ਜਿਸ ਤਰ੍ਹਾਂ ਕਿ ਪੀੜਾ ਪੈ ਚੁੱਕਿਆ ਹੋਵੇ, ਮਤਲਬ ਕਿ ਬਿਮਾਰ ਜਿਹਾ ਦਿਖਾਈ ਦਿੰਦਾ ਸੀ। ਹੀ ਪੁਆਇੰਟਸ ਆਊਟ ਦੈਟ ਈਵਨ ਐਟਮੋਸਫੇਅਰ ਇਜ਼ ਨੋਟ ਗੁੱਡ। ਉਹ ਨਾਲ ਇਹ ਵੀ ਪੁਆਇੰਟ ਆਊਟ ਕਰਦਾ ਪੋਇਮ ਦੇ ਵਿੱਚ ਜਿਹੜਾ ਆਪਣਾ ਪੋਇਟ ਹੈ ਕਿ ਜਿਹੜਾ ਐਟਮੋਸਫੇਅਰ ਹੈ ਉਹ ਵੀ ਬਹੁਤਾ ਚੰਗਾ ਨਹੀਂ ਸੀ। ਜਿਸ ਮਤਲਬ ਐਟਮੋਸਫੇਅਰ ਦੇ ਵਿੱਚ ਉਹ ਘੁੰਮਦਾ ਫਿਰਦਾ ਸੀਗਾ, ਐਟਮੋਸਫੇਅਰ ਵੀ ਜ਼ਿਆਦਾ ਮੌਸਮ ਵਧੀਆ ਨਹੀਂ ਸੀਗਾ। ਦ ਗ੍ਰਾਸ ਹੈਜ਼ ਡਰਾਈਡ ਅਪ, ਜਿਹੜਾ ਘਾਹ ਹੈ ਉਹ ਸੁੱਕ ਚੁੱਕਿਆ ਸੀਗਾ। ਫਰੋਮ ਦ ਸਾਈਡ ਆਫ ਦ ਲੇਕ, ਮਤਲਬ ਜਿਹੜੇ ਲੇਕ ਸੀਗੇ ਉਹਨਾਂ ਦੀ ਸਾਈਡ 'ਤੇ ਘਾਹ ਹੁੰਦਾ ਜਿਹੜਾ ਉਹ ਵੀ ਮਤਲਬ ਸੁੱਕ ਗਿਆ ਸੀਗਾ, ਮਤਲਬ ਮੌਸਮ ਥੋੜ੍ਹਾ ਡਰਾਈ ਸੀਗਾ। ਐਂਡ ਨੋ ਵਰਡਸ ਆਰ ਸਿੰਗਿੰਗ ਦੇਅਰ, ਅਤੇ ਕੋਈ ਵੀ ਜਿਹੜਾ ਵਰਡ ਸੀਗਾ ਉਹ ਸਿੰਗਿੰਗ ਮਤਲਬ ਨਹੀਂ ਗਾ ਰਿਹਾ ਸੀ। ਕਹਿਣ ਦਾ ਮਤਲਬ ਕਿ ਜਿਹੜੇ ਪੰਛੀ ਸੀਗੇ ਉਹ ਸਾਰੇ ਆਪਣੇ ਆਲ੍ਹਣਿਆਂ ਦੇ ਵਿੱਚ ਜਾ ਚੁੱਕੇ ਸੀਗੇ, ਡਰਾਈ ਜਿਹਾ ਮੌਸਮ ਸੀਗਾ। ਸੋ ਇਹ ਸੀ ਆਪਣੇ ਫਸਟ ਸਟੈਂਜਾ ਦਾ ਐਕਸਪਲੇਨੇਸ਼ਨ। ਅੱਗੇ ਆਪਣਾ ਸੈਕਿੰਡ ਸਟੈਂਜਾ ਦੇਖੋ। ਇਹ ਸੈਕਿੰਡ ਸਟੈਂਜਾ ਤੁਸੀਂ ਲਿਖ ਲੈਣਾ ਵੀਡੀਓ ਨੂੰ ਪੌਜ਼ ਕਰਕੇ। ਅੱਗੇ ਆਪਾਂ ਇਸ ਦੇ ਆਪਣਾ ਕੰਟੈਕਸਟ ਅਤੇ ਐਕਸਪਲੇਨੇਸ਼ਨ ਹੈ ਜਿਹੜਾ ਉਹ ਆਪਾਂ ਦੇਖਦੇ ਹਾਂ। ਸੋ ਜਿਹੜਾ ਕੰਟੈਕਸਟ ਹੈ ਆਪਣੇ ਇਸ ਸਟੈਂਜਾ ਦਾ ਸੈਕਿੰਡ ਦਾ, ਉਹ ਸੇਮ ਐਜ਼ ਪ੍ਰੀਵੀਅਸ, ਜਿਹੜਾ ਆਪਾਂ ਪਹਿਲਾਂ ਕਰਿਆ ਸੇਮ ਉਹੀ ਕਰਨਾ। ਐਕਸਪਲੇਨੇਸ਼ਨ ਦੇਖੋ ਇਸ ਸਟੈਂਜਾ ਦੀ ਸੈਕਿੰਡ ਦੀ।
In these lines, the poet asks the knight at arms about his sorrowful conditions, मतलब उसकी sorrowful दुखा नाल भरी हुई कंडीशन है जिहड़ी उस दे बारे पुछदा है किस तो knight at arms शस्त्रधारी योद्धा तो। He looks so miserable, miserable ਹੁੰਦਾ ਤਰਸਯੋਗ, ਉਸ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਸੀਗੀ ਉਸ ਨਾਈਟ ਦੀ ਯੋਧਾ ਦੀ। He looks lean and thin also, ਉਹ lean ਅਤੇ thin ਵੀ ਦਿਖਾਈ ਦੇ ਰਿਹਾ ਸੀ। lean ਹੁੰਦਾ ਝੁਕਿਆ ਹੋਇਆ ਕੁੱਬਾ ਹੋਇਆ and thin ਮਤਲਬ ਕਿ ਦੁਬਲਾ ਪਤਲਾ। It is the autumn season, autumn season है पतझड़ ਦਾ ਇਹ ਸੀਜ਼ਨ ਸੀਗਾ। The harvest ਹੁੰਦਾ ਹੈ ਮਤਲਬ ਕਿ ਫਸਲ has been reaped, ਮਤਲਬ ਕਿ ਫਸਲ ਦੀ ਕਟਾਈ ਆ ਜਿਹੜੀ ਉਹ ਹੋ ਚੁੱਕੀ ਸੀ। The squirrels ਹੁੰਦੀਆਂ ਨੇ ਗਲਹਿਰੀ ਜਿਹੜੀਆਂ ਆਪਾਂ ਕਾਟੋ ਕਹਿੰਦੇ ਨੇ ਜਿਸ ਨੂੰ, have filled their store of grains, उसने मतलब ਜਿਹੜੇ ਅਨਾਜ ਦੇ ਗ੍ਰੇਨ ਹੁੰਦਾ ਅਨਾਜ ਉਸਨੇ ਸਟੋਰ ਕਰ ਲਿਆ ਸੀਗਾ ਫॉर द ਕਮਿੰਗ ਵਿੰਟਰ, ਜਿਹੜਾ ਮਤਲਬ ਅੱਗੇ ਸੀਜ਼ਨ ਆ ਰਿਹਾ ਵਿੰਟਰ ਉਸ ਦੇ ਲਈ ਉਸ ਗਲੈਰੀ ਨੇ ਜਿਹੜੇ ਮਤਲਬ ਆਪਣੇ ਦਾਣੇ ਨੇ ਉਹ ਮਤਲਬ ਆਪਣਾ ਜਿਹੜਾ ਚੋਗਾ ਕਹਿ ਲਓ ਜਾਂ ਫਿਰ ਹਨਾ ਸਟੋਰ ਉਸਨੇ ਗ੍ਰੇਨ ਦਾ ਉਹ ਫੁੱਲ ਕਰ ਲਿਆ ਸੀਗਾ ਮਤਲਬ ਆਪਣਾ ਆਉਣ ਵਾਲੇ ਸਮੇਂ ਦੇ ਲਈ। ਕਹਿਣ ਦਾ ਮਤਲਬ ਕਿ ਸਾਰੇ ਜਿਹੜੇ ਪੰਛੀ ਸੀਗੇ ਜਾਨਵਰ ਸੀਗੇ ਉਹ ਸਾਰੇ ਆਪਣੇ ਆਪਣੇ ਆਲ੍ਹਿਆਂ ਦੇ ਵਿੱਚ ਹਨਾ ਜਾ ਕੇ ਮਤਲਬ ਬੈਠ ਗਏ ਸੀਗੇ। ਇਹ ਇਸ ਤਰ੍ਹਾਂ ਦਾ ਜਿਹੜਾ ਉਹ ਮੌਸਮ ਸੀਗਾ। ਸੋ ਇਹ ਸੀ ਐਕਸਪਲੇਨੇਸ਼ਨ। ਅੱਗੇ ਦੇਖੋ ਥਰਡ ਸਟੈਂਜਾ ਇਹ ਨੋਟ ਕਰ ਲੈਣਾ, ਇਸ ਦੇ ਮਤਲਬ ਵਰਡ ਮੀਨਿੰਗ ਨੇ ਜਿਹੜੇ ਟਫ ਉਹ ਵੀ ਲਿਖੇ ਹੋਏ ਨੇ। ਅੱਗੇ ਕੰਟੈਕਸਟ ਸੇਮ ਐਜ਼ ਪ੍ਰੀਵੀਅਸ। ਐਕਸਪਲੇਨੇਸ਼ਨ ਦੇਖੋ ਇਸ ਸਟੈਂਜਾ ਦੀ। ਇਨ ਦੀਜ਼ ਲਾਈਨਸ ਦ ਪੋਇਟ ਆਸਕਸ ਦ ਨਾਈਟ ਅਬਾਊਟ ਹਿਜ਼ ਬੈਡ ਕੰਡੀਸ਼ਨ, ਉਸ ਦੀ ਬੈਡ ਕੰਡੀਸ਼ਨ ਬਾਰੇ ਪੁੱਛ ਰਿਹਾ। ਇਸ ਦੇ ਵਿੱਚ ਵੀ ਲਗਭਗ ਇਹ ਲਾਈਨ ਤਾਂ ਸਾਰਿਆਂ ਦੇ ਵਿੱਚ ਆ ਹੀ ਰਹੀ ਹੈ। ਦ ਨਾਈਟ ਇਜ਼ ਲੁਕਿੰਗ ਪੇਲ ਐਂਡ ਬਲੱਡਲੈਸ, ਉਹ ਪੇਲ ਅਤੇ ਬਲੱਡਲੈਸ ਦਿਖਾਈ ਦੇ ਰਿਹਾ ਸੀ ਮਤਲਬ ਕਿ ਜਿਸ ਤਰ੍ਹਾਂ ਕਿ ਉਸ ਦੇ ਵਿੱਚ ਖੂਨ ਹੀ ਨਾ ਹੋਵੇ। ਹੀ ਇਜ਼ ਵੰਡਰਿੰਗ ਇਨ ਟਰਬਲ, ਮਤਲਬ ਟਰਬਲ ਦੇ ਵਿੱਚ, ਟਰਬਲ ਹੁੰਦਾ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਉਹ ਘੁੰਮ ਰਿਹਾ ਸੀਗਾ ਉੱਥੇ ਫਿਰ ਰਿਹਾ ਸੀ। ਦੇਅਰ ਇਜ਼ ਅ ਸਾਈਨ ਆਫ ਸੋਰੋ ਐਂਡ ਪੇਨ ਔਨ ਹਿਜ਼ ਫੇਸ, ਮਤਲਬ ਉਸਦੇ ਫੇਸ ਦੇ ਉੱਪਰ ਸਾਈਨ ਦਿਖਾਈ ਦੇ ਰਹੇ ਸੀਗੇ ਸਾਫ਼ ਸੋਰੋ ਦੁੱਖਾਂ ਦੇ ਅਤੇ ਪੇਨ ਦਰਦ ਦੇ। ਹਿਜ਼ ਫੇਸ ਇਜ਼ ਵੈਟ ਵਿਦ ਪਰਸਪੀਰੇਸ਼ਨ ਹੁੰਦਾ ਹੈ ਪਸੀਨਾ, ਮਤਲਬ ਪਸੀਨੇ ਦੇ ਨਾਲ ਉਸਦਾ ਫੇਸ ਹੈ ਜਿਹੜਾ ਉਹ ਵੈਟ ਹੋ ਰਿਹਾ ਸੀ। ਦੇਅਰ ਆਰ ਡ੍ਰੌਪਸ ਆਫ ਪਰਸਪੀਰੇਸ਼ਨਸ ਐਜ਼ ਵਨ ਹੈਜ਼ ਇਨ ਫੀਵਰ, ਮਤਲਬ ਇਸ ਤਰ੍ਹਾਂ ਉਸਦੇ ਚਿਹਰੇ ਦੇ ਉੱਪਰ ਜਿਹੜੇ ਪਸੀਨੇ ਦੇ ਮਤਲਬ ਡ੍ਰੌਪਸ ਜਿਹੜੇ ਉਹ ਦਿਖਾਈ ਦੇ ਰਹੇ ਸੀ ਜਿਸ ਤਰ੍ਹਾਂ ਕਿ ਉਸ ਨੂੰ ਫੀਵਰ ਬੁਖਾਰ ਹੋਇਆ ਹੋਵੇ। ਹਿਜ਼ ਰੋਜ਼ੀ ਚੀਕਸ, ਰੋਜ਼ੀ ਹੁੰਦੇ ਨੇ ਮਤਲਬ ਵਧੀਆ ਚਮਕਦੀਆਂ ਗੁਲਾਬ ਵਰਗੀਆਂ ਹਨਾ ਮਤਲਬ ਗੱਲਾਂ ਜਿਹਦਾ ਆਪਾਂ ਕਹਿੰਦੇ ਵੀ ਨੂਰ ਆਇਆ ਹੋਇਆ ਜਿਹੜਾ ਚਿਹਰਾ ਉਹਦਾ ਹੈਗਾ ਸੀਗਾ। ਹਿਜ਼ ਰੋਜ਼ੀ ਚੀਕਸ ਹੈਵ ਲੋਸਟ ਦੇਅਰ ਪਿੰਕ, ਕਹਿਣ ਦਾ ਮਤਲਬ ਕਿ ਜਿਹੜੀਆਂ ਉਸਦੀਆਂ ਰੋਜ਼ੀ ਚੀਕਸ ਸੀਆਂ ਉਹ ਉਸਦਾ ਪਿੰਕ ਕਲਰ ਹੈ ਜਿਹੜਾ ਉਹ ਲੋਸਟ ਮਤਲਬ ਗਵਾ ਚੁੱਕੀਆਂ ਸੀ। ਹੁਣ ਉਸਦਾ ਚਿਹਰਾ ਜਿਹੜਾ ਉਹ ਪੀਲਾ ਪੈ ਚੁੱਕਿਆ ਸੀਗਾ, ਚਮਕ ਨਹੀਂ ਸੀ ਉਸਦੇ ਚਿਹਰੇ 'ਤੇ। ਐਂਡ ਦੇ ਲੁੱਕ ਲਾਈਕ ਅ ਫੇਡਲ ਰੋਜ਼, ਮਤਲਬ ਇਸ ਤਰ੍ਹਾਂ ਦਿਖਾਈ ਦੇ ਰਹੇ ਸੀ ਫੇਡਲ ਰੋਜ਼ ਜਿਸ ਤਰ੍ਹਾਂ ਕਿ ਮੁਰਝਾਇਆ ਹੋਇਆ ਫੁੱਲ ਹੋਵੇ। ਅੱਗੇ ਦੇਖੋ ਆਪਣਾ ਫੋਰਥ ਸਟੈਂਜਾ, ਇਹ ਸਟੈਂਜਾ ਤੁਸੀਂ ਨੇ ਲਿਖ ਲੈਣਾ ਹੈ। ਅੱਗੇ ਕੰਟੈਕਸਟ ਤੁਸੀਂ ਨੇ ਸੇਮ ਐਜ਼ ਪ੍ਰੀਵੀਅਸ ਉਹੀ ਰੱਖਣਾ ਹੈ। ਐਕਸਪਲੇਨੇਸ਼ਨ ਦੇਖੋਗੇ ਫੋਰਥ ਸਟੈਂਜਾ ਦੀ। ਇਨ ਦੀਜ਼ ਲਾਈਨਸ ਦ ਨਾਈਟ ਟੈਲਸ ਹਿਜ਼ ਲਵ ਸਟੋਰੀ ਟੂ ਦਾ ਪੋਇਟ, ਹੁਣ ਇਸ ਸਟੈਂਜੇ ਦੇ ਵਿੱਚ ਆਪਣੀ ਲਵ ਸਟੋਰੀ ਹੈ ਜਿਹੜੀ ਉਹ ਦੱਸਦਾ ਹੈ ਪੋਇਟ ਨੂੰ, ਜਿਹੜਾ ਆਪਣਾ ਨਾਈਟ ਹੈ। ਹੀ ਟੈਲਸ ਦਾ ਪੋਇਟ, ਉਹ ਪੋਇਟ ਨੂੰ ਦੱਸਦਾ ਹੈ ਦੈਟ ਹੀ ਮੈਟ ਅ ਬਿਊਟੀਫੁਲ ਲੇਡੀ ਇਨ ਦ ਫੀਲਡਸ, ਇੱਕ ਸੁੰਦਰ ਔਰਤ ਨੂੰ ਉਹ ਮਿਲਿਆ ਸੀਗਾ। ਦ ਲੇਡੀ ਲੁਕਡ ਲਾਈਕ ਅ ਫੈਰੀਜ਼ ਚਾਈਲਡ, ਜਿਸ ਤਰ੍ਹਾਂ ਕਿ ਪਰੀਆਂ ਦੀ ਕੁੜੀ ਹੋਵੇ ਇਸ ਤਰ੍ਹਾਂ ਦੀ ਹੈਗੀ ਸੀ ਮਤਲਬ ਸੋਹਣੀ ਸੀਗੀ। ਸ਼ੀ ਹੈਡ ਲੌਂਗ ਹੇਅਰ, ਉਸਦੇ ਲੰਬੇ ਬਾਲ ਸੀਗੇ। ਐਂਡ ਹਰ ਗੇਟ ਹੁੰਦਾ ਮਤਲਬ ਕਿ ਚਾਲ ਵਾਜ਼ ਗ੍ਰੇਸਫੁਲ, ਬਹੁਤ ਸੋਹਣੀ ਸੀ ਉਸਦੀ ਤੋਰ ਹੈ ਜਿਹੜੀ। ਹਰ ਆਈਜ਼ ਵਰ ਬਿਗ, ਅੱਖਾਂ ਵੱਡੀਆਂ ਸੀ। ਐਂਡ ਬਿਊਟੀਫੁਲ, ਅਤੇ ਸੁੰਦਰ ਸੀਗੀਆਂ। ਦ ਨਾਈਟ ਸੇਜ਼ ਦੈਟ, ਜਿਹੜਾ ਨਾਈਟ ਹੈ ਉਹ ਕਹਿੰਦਾ ਹੈ ਹੀ ਮੇਡ ਗਾਰਲੈਂਡਸ ਹੁੰਦਾ ਮਤਲਬ ਕਿ ਹਾਰ ਹਨਾ, ਗਾਰਲੈਂਡਸ ਐਂਡ ਬ੍ਰੈਸਲੈਟਸ ਆਫ ਫਲਾਵਰ ਫॉर ਦ ਲੇਡੀ, ਉਸਨੇ ਜਿਹੜੀ ਲੇਡੀ ਆ ਉਸ ਦੇ ਲਈ ਗਾਰਲੈਂਡਸ ਅਤੇ ਜਿਹੜੇ ਬ੍ਰੈਸਲੈਟ ਹੈ ਫੁੱਲਾਂ ਦਾ ਮਤਲਬ ਗਹਿਣੇ ਜਿਹੜੇ ਫੁੱਲਾਂ ਦੇ ਉਹ ਬਣਾ ਕੇ ਉਸ ਨੂੰ ਦਿੱਤੇ। ਦ ਲੇਡੀ ਲੁਕਡ ਐਟ ਹਿਮ ਐਜ਼ ਇਫ ਸ਼ੀ ਵਰ ਇਨ ਲਵ ਵਿਦ ਹਿਮ, ਜਿਹੜੀ ਉਹ ਲੇਡੀ ਸੀ ਕਹਿੰਦਾ ਉਸ ਦੀ ਤਰਫ ਇਸ ਤਰ੍ਹਾਂ ਦੇਖਦੀ ਸੀ ਨਾਈਟ ਦੀ ਤਰਫ ਜਿਸ ਤਰ੍ਹਾਂ ਕਿ ਉਸ ਨੂੰ ਪਿਆਰ ਕਰਦੀ ਹੋਵੇ। ਸ਼ੀ ਵੈਪਟ ਬਿਟਰਲੀ ਟੂ ਸ਼ੋ ਹਰ ਲਵ ਫॉर ਦ ਨਾਈਟ ਦੇ ਲਈ ਆਪਣਾ ਪਿਆਰ ਆ ਜਿਹੜਾ ਸ਼ੋਅ ਕਰਨ ਦੇ ਲਈ ਉਹ ਬਹੁਤ ਬਿਟਰਲੀ ਮਤਲਬ ਕਿ ਬਹੁਤ ਜ਼ੋਰ ਦੇ ਨਾਲ ਉਹ ਰੋਈ। ਐਂਡ ਅੱਗੇ ਦੇਖੋ ਨੈਕਸਟ ਆਪਣਾ ਫਿਫਥ ਸਟੈਂਜਾ, ਇਹ ਸਟੈਂਜਾ ਲਿਖ ਲੈਣਾ ਹੈ, ਵਰਡ ਮੀਨਿੰਗ ਉੱਪਰ ਲਿਖੇ ਹੋਏ ਨੇ ਇਹ ਵੀ ਲਿਖ ਲੈਣੇ ਨੇ। ਹੁਣ ਇਸ ਦਾ ਕੰਟੈਕਸਟ ਹੈ ਜਿਹੜਾ ਸੇਮ ਐਜ਼ ਪ੍ਰੀਵੀਅਸ ਹੀ ਰੱਖਣਾ ਤੁਸੀਂ ਨੇ ਪਹਿਲਾਂ ਵਾਲਾ। ਐਕਸਪਲੇਨੇਸ਼ਨ ਦੇਖੋ ਇਸ ਸਟੈਂਜੇ ਦੀ। ਇਨ ਦੀਜ਼ ਲਾਈਨਸ ਦ ਨਾਈਟ ਟੈਲਸ ਦੈਟ, ਇਹਨਾਂ ਲਾਈਨਾਂ ਦੇ ਵਿੱਚ ਜਿਹੜਾ ਨਾਈਟ ਹੈ ਉਹ ਦੱਸਦਾ ਹੈ ਹੀ ਪੁੱਟ ਦ ਲੇਡੀ ਔਨ ਹਿਜ਼ ਹਾਰਸ, ਮਤਲਬ ਜਿਹੜੀ ਉਹ ਲੇਡੀ ਆ ਉਸ ਨੂੰ ਆਪਣੇ ਘੋੜੇ ਦੇ ਉੱਪਰ ਉਸਨੇ ਬਿਠਾਇਆ। ਐਂਡ ਵੰਡਰਡ ਆਲ ਦ ਡੇ ਇਨ ਹਰ ਕੰਪਨੀ, ਤੇ ਉਸ ਦੀ ਕੰਪਨੀ ਦੇ ਵਿੱਚ ਪੂਰਾ ਦਿਨ ਉਹ ਘੁੰਮਦਾ ਰਿਹਾ। He went on looking
ਐਟ ਦ ਲੇਡੀ मतलब कि वो लेडी की तरफ मतलब देखता रहा फॉर द होल डे, पूरा दिन वो मतलब उस लेडी की तरफ वो देखता रहा। ड्यूरिंग द राइड शी सैंग अ सॉन्ग ऑफ फेरीज, उसने परियां वाला गीत गाया जो वो घोड़े के उपर मतलब राइड कर रहे थे ड्यूरिंग द राइड। अगे 6th स्टैंजा जिहड़ा ये तुसीं नोट कर लेना है, वर्ड मीनिंग भी कर लेने ने। देखो अगे इसका कॉन्टैक्सट सेम एज प्रीवियस ही रखना है, इत्थे लिखना भुल गए। एक्सप्लेनेशन देखो अपने 6th स्टैंजा की। In these lines, the knight tells the beautiful lady अपना took him to her fairy's cave। इत्थे fairy apostrophe s आऊगा, मतलब मैं दोबारा पढ़ देना लाइन। इन दीज लाइन्स द नाइट टेल्स, जिहड़ा नाइट है योद्धा दसदा इन्हां लाइनां दे विच दैट द ब्यूटीफुल लेडी है जिहड़ी टुक हिम टू हर फेरीज केव, उसनूं अपनी फेरीज केव गुफा दे विच लै गई परियां वाली दे विच। ऑन द वे टू द केव, जो मतलब रस्ते जा रहे सी वो गुफा की तरफ, शी गेव हिम रूट्स ऑफ अ स्वीट टेस्ट, उसने उसनूं जड़ा कुछ रूट्स ने जड़ा कुछ मतलब जड़ा जियां खाण लई दित्तियां, कुछ स्वीट्स जिहड़ियां बहुत ज़्यादा मिठियां सीगियां। शी ऑल्सो गेव हिम प्योर हनी, उसनूं प्योर हनी भी दिता टू ईट खाण दे लई। एंड द जूस ऑफ अ हैवनली फ्रूट्स, ਜਿਹੜੇ मतलब हैवनली फ्रूट्स ਸੀਗੇ ਉਹਨਾਂ ਦਾ ਜੂਸ ਹੈ ਜਿਹੜਾ ਉਹ ਵੀ ਉਸ ਨੂੰ ਖਾਣ ਪੀਣ ਦੇ ਲਈ ਕਾਫੀ ਚੀਜ਼ਾਂ ਨੇ ਜਿਹੜੀਆਂ ਦਿੱਤੀਆਂ ਟੂ ਡਰਿੰਕ। she said in a strange language, उसने एक अजीब दी लैंगुएज ਦੇ ਵਿੱਚ मतलब कहा that she was in love with the night, कि ਉਹ मतलब ਉਸ ਨੂੰ ਪਿਆਰ ਕਰਦੀ ਹੈ ਅਜੀਬ ਲੈਂਗੁਏਜ ਦੇ ਵਿੱਚ। he did not understand the words of the lady, ਉਹ मतलब ਉਸ ਲੇਡੀ ਦੇ ਸ਼ਬਦ ਉਸ ਨੂੰ ਸਮਝ ਨਹੀਂ ਆਏ। but he felt, पर उसने फील किया श्योर दैट शी लव्ड हिम सिंसीयरली, कि उसनों बिल्कुल वो सिंसीयरली प्यार कर दिया, मतलब उसनों लग्या भी हाँ प्यार ही प्रपोज ही किया उसने। अगे 7th स्टैंजा, इसका कॉन्टैक्सट है सेम एज प्रीवियस पहला वाली रखना। एक्सप्लेनेशन देखो इसकी। इन दीज लाइन्स द नाइट सेज दैट, इन्होंने लाइनों के जो नाइट है मतलब वो कहता है सेज दैट द ब्यूटीफुल लेडी टुक हिम विद हर टू अ, जी ब्यूटीफुल लेडी है वो उसनों अपने नाल लै गई फेरीज केव, मतलब कि ਜਿਹੜੀਆਂ परियां वाली गुफा उस गुफा दे विच लै गई। देयर शी बैप्ट बिटरली टू शो हर लव फॉर हिम, उत्थे मतलब बहुत ज़्यादा जोर जोर दी रोई उस नाल अपना प्यार है जिहड़ा शो करन दे लई कि मैं तैनूं प्यार करदी हां। अ फीलिंग ऑफ लव अरोज इन द हर्ट ऑफ द नाइट, रोज हुंदा है मतलब उत्पन्न होणियां प्यार दीयां फीलिंग्स ने जिहड़ियां उत्पन्न हो गईयां किस दे, जिहड़ा हर्ट दे विच दिल दे विच, नाइट दे दिल दे विच भी उसनूं रोंदी देख के। then he kissed her beautiful eyes and pacified her, उस दियां सुंदर अखां नूं उसने किस कीता ते उसनूं pacified मतलब कि शांत कीता। अगे 8th स्टैंजा, इसका कॉन्टैक्सट सेम एज प्रीवियस रखना है। एक्सप्लेनेशन देखो। In these lines the knight says that the lady sent him to sleep by singing a song, मतलब गीत गा के उसनूं सुला दिता उस लेडी ने। in his स्लीप, इत्थे स्लीप है, इन हिज स्लीप अपने मतलब जदों सुत्ता पिया हुंदा हो, ही हैड अ हॉरीबल ड्रीम, उसनूं एक सपना आया बहुत भयानक। इट वॉज द लास्ट ड्रीम ऑफ ही सॉ, ये लास्ट ड्रीम थी उसका जिहड़ा उसने देखा सी, क्योंकि उस तो बाद तो उसनूं नींद ही नहीं आई कदे। इन हिज ड्रीम, उसके सपने दे विच पेल किंग्स प्रिंसिस एंड वॉरियर्स वार्नड हिम टू बिवेयर ऑफ द लेडी, मतलब जिहड़े उसके सपने दे विच पेल किंग्स पीले पै चुके है ना मुरझाए जे होए राजे प्रिंसिस राजकुमार योद्धा ने जिहड़े वो उसके सपने दे विच आए तो उसनूं वार्न कीता की कीता टू बिवेयर ऑफ द लेडी, कि इस लेडी तो बच के रह तूं। दैन द नाइट सडनली वॉक अप, उस तो बाद एकदम जिहड़ा नाइट आ वो उठिया इन फीयर, डर दे विच उठिया, उसनूं डर लग्या एकदम। ही फाउंड दैट द ड्रीम हैड रियली कम ट्रू, उसने देखा कि ये सपना सी उसका बिल्कुल सचमुच ही ट्रू हो गया, सच साबित हो गया। देयर वॉज नो लेडी एंड नो केव, उत्थे कोई भी लेडी नहीं सी, कोई केव नहीं सी, हालांकि आए तो वो केव दे विच सीगे। ही फाउंड हिमसैल्फ ऑन द कोल्ड हिल साइड, अपने आप को कोल्ड हिल साइड पर पाया उसने। सिंस दैन ही हैड बीन वंडरिंग ऑल अलोन, उदों तो लैके वो कल्ला इत्थे घूमदा फिरदा है। अगे 9th जिहड़ा अपना स्टैंज है ये तुसीं लिख लेना है। कॉन्टैक्सट है जिहड़ा इसदा सेम एज प्रीवियस, मतलब कि पहला वाला ही रखना है। अगे इसका एक्सप्लेनेशन देखो।
इन दीज लाइन्स द नाइट सेज दैट द ब्यूटीफुल लेडी सेंट हिम टू स्लीप, मतलब उस सुंदर औरत ने उसनूं समा दिता गीत गा के। इन हिज स्लीप ही सॉ पेल किंग्स प्रिंसिस एंड वॉरीयर्स, उसने ये जिहड़े योद्धा देखे, वॉरीयर देखे, प्रिंसिस देखे अपने सपने दे विच। दे लुकड पेल लाइक अ डैथ, वो मतलब इस तरह पेल दिखाई दे रहे थे जिस तरह की मौत, मतलब उन्होंने मूँह ते झलक रही होवे एक मौत की तरह। दे टोल्ड द नाइट दैट द लेडी हैड ट्रैप्ड हिम, उन्होंने दस्सिया सुपने दे विच आके इस योद्धा नूं भी मतलब तैनूं फसा लिया इस लड़की ने अपने जाल दे विच, ट्रैप दे विच। दे वार्नड हिम टू बिवेयर ऑफ द लेडी, मतलब इस तो बच के रही कहते लेडी तो, उसनूं वार्न किया। दे ऑलसो हैड बीन चीटड बाय द सेम लेडी, और इन्होंने ये भी कहा कि असी भी इसे लेडी द्वारा चीट किए हुए, सानू भी ये इस तरह फसा के लेके आई सी। शी हैड ruined देयर लाइव्स, मतलब उसने भी उन्हों दियां भी जिंदगियां उसने बर्बाद कर दित्तियां। 10वां देखो स्टैंजा, कॉन्टैक्सट इज द सेम एज प्रीवियस ही रखना तुसीं ने। अगे एक्सप्लेनेशन, इन दीज लाइन्स, इत्थे इन आऊगा, इन दीज लाइन्स, इत्थे एन पाउणा स्किप हो गया। इन दीज लाइन्स द नाइट सेज दैट, इन्हां लाइनां दे विच नाइट है वो कहंदा है द किंग एंड प्रिंसिस वार्नड हिम इन हिज ड्रीम, कि जिहड़े किंग सीगे, प्रिंसिस सीगे, उस दे सपने दे विच उन्होंने उसनूं वार्न किया। द नाइट वॉज हॉरीफाइड, जिहड़ा नाइट है वो डर गया सीगा, योद्धा डर गया सीगा। ही वॉक अप, वो उठिया इन फीयर, मतलब कि डर दे विच उठिया। एंड फाउंड हिमसैल्फ ऑल अलोन, ते अपने आप नूं उसने कल्ला पाया, कोई उत्थे लड़की नहीं सी। ही वॉज ऑन द साइड ऑफ द कोल्ड हिल, जिहड़ी कोल्ड हिल सीगी, पहाड़ी सी, उसकी साइड ते अपने आप नूं पाया, कोई उत्थे गुफा नहीं सी। थर्स, तो इस तरह द ब्यूटीफुल लेडी हैड ruined हिज लाइफ, तो इस तरह जी ब्यूटीफुल लेडी है उसने उसकी जिंदगी नूं तबाह है जिहड़ा वो करके रख दिता। अगे 11वां देखो स्टैंजा, ये लिख लेना है, इसका कॉन्टैक्सट है सेम एज प्रीवियस। अगे इसका एक्सप्लेनेशन देखो, इन दीज लाइन्स द नाइट सेज दैट ही हैड बीन चीटड बाय द ब्यूटीफुल लेडी विदाउट मरसी, कहता ओहो विदाउट मरसी जी लेडी सीगी, बिना किसी दया भावना तो, जिस दे विच कोई भी मतलब रहम नहीं सी, उस लड़की ने उसनूं कहना चीट किया हैगा, पोइट नूं दसदा है, तां करके कहता वो कल्ला मतलब इत्थे फिरदा हैगा अपना एक बीमार होया दी तरह, है ना, भटकिया होया। द नाइट वंडर्ड ऑल अलोन ऑन द साइड ऑफ कोल्ड हिल, मतलब कोल्ड हिल है जी उसकी साइड ते वो कल्ला ही मतलब उत्थे घूमदा फिरदा है। ही लुकड एज पेल एज डेथ, मतलब इस तरह वो पीड़ा पै चुका जिस तरह की मौत उसके मुँह से दिखाई दे रही हो, मरन वाला हो। देयर वॉज नो कोल्ड, मतलब देयर वॉज सो कोल्ड, बहुत ज़्यादा कोल्ड ठंड है उत्थे। दैट एवरीवन वॉज टेकिंग रेस्ट, कि हर एक बंदा जिहड़ा रेस्ट कर रहा सीगा। देयर वॉज नो साइन ऑफ लाइफ, उत्थे कोई भी जिंदगी का साइन नहीं है, मतलब आले दुआले कुछ नहीं है, सारे जानवर पशु पंछी कुछ भी उत्थे दिखाई नहीं दिंदा, इन्नी ज़्यादा ठंड है। बर्ड्स, जिहड़े बर्ड्स सीगे एंड एनीमल्स सीगे, हैड गॉन टू देयर होम्स, अपने मतलब होम्स अपने आलनियां दे विच, अपने गुफावां दे विच वो जा चुके सी। नो वर्ड्स वर सिंगिंग, कोई भी जिहड़ा वर्ड्स है वो सिंगिंग नहीं कर रहे सीगे, मतलब कि जिहड़े बर्ड्स ने वो उन्हां दी चिरचिराहट दी आवाज़ है जिहड़ी नहीं आ रही सी। ओनली द नाइट वॉज वंडरिंग अलोन, सिर्फ नाइट ही सी जिहड़ा उत्थे इकल्ला ही मतलब कि वंडरिंग, उत्थे मतलब कि फिरदा सीगा। सो ये सी अपनी इस पोइम के रैफरेंस टू द कॉन्टैक्सट, मतलब कि सारे ही स्टैंजाज अपने करवा दिते ने। सो जेकर समझ आई है, वीडियो नूं चंगी लगी है तो वीडियो नूं लाइक शेयर ते कमेंट जरूर करो। स्टैंजाज तुसीं खुद लिख लेने ने, इन्हां नूं पढ़ लेना है और एक्सप्लेनेशन ने जिहड़े उन्हां नूं चंगी तरह याद करना है। सो मिलते हैं अगली वीडियो लैके, उदों तक दिओ इजाजत। थैंक यू सो मच।